ਸਿੰਘ ਸਾਹਿਬ ਸਾਡੇ 'ਚ ਅੱਜ ਇੱਥੇ ਸ਼ਾਮਲ ਹੋਏ ਜੀ। ਸਾਨੂੰ ਹੱਲਾਸ਼ੇਰੀ ਤੇ ਹੌਸਲਾ ਦਿੱਤਾ। ਮਹਾਂਪੁਰਸ਼ ਹੋਰ ਵੀ ਸਾਰੇ ਸਿੰਘ ਆਏ ਆ ਜੀ, ਤੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਇਹੋ ਜਿਹੀਆਂ ਸ਼ਖਸੀਅਤਾਂ ਸਾਡੇ ਕੋਲੇ ਆ ਕੇ ਸਾਨੂੰ ਸ਼ਮੂਲੀਅਤ ਉਹਨਾਂ ਦੀ ਮਿਲਦੀ ਆ, ਉਹਨਾਂ ਦਾ ਹੱਲਾਸ਼ੇਰੀ, ਉਹਨਾਂ ਦਾ ਹੌਸਲਾ ਮਿਲਦਾ, ਤੇ ਇਹ ਗੱਲ ਤਾਂ ਤੈਅ ਹੋ ਜਾਂਦੀ ਆ ਵੀ ਅਸੀਂ ਸਹੀ ਰਾਹ 'ਤੇ ਤੁਰੇ ਜਾਂਦੇ ਹਾਂ। ਜਦੋਂ ਸੱਚ 'ਤੇ ਪਹਿਰਾ ਦੇਣਾ ਹੁੰਦਾ ਤਾਂ ਸਾਡੇ 10ਵੇਂ ਪਾਤਸ਼ਾਹ ਨੇ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹੀ ਗੱਲ ਸਿਖਾਈ ਆ ਵੀ ਪਹਿਰਾ ਸੱਚ 'ਤੇ ਦੇਣਾ ਹੁੰਦਾ। ਤੁਹਾਨੂੰ 10 ਲੱਖ ਦੀ ਫੌਜ ਨਹੀਂ ਚਾਹੀਦੀ, ਉਦੋਂ ਕੱਚੀ ਗੜੀ ਦੇ ਅੰਦਰ ਵਾਲੇ 40 ਚਾਹੀਦੇ ਆ। ਉਹ 40 ਬਹੁਤ ਆ ਜੇ ਸੱਚ 'ਤੇ ਪਹਿਰਾ ਦੇਣ ਵਾਲੇ ਹੋਣ ਤਾਂ। ਸੋ ਗੱਲ ਵੱਡੇ ਇਕੱਠਾਂ ਨਾਲ ਜਾਂ ਵੱਧ ਗਿਣਤੀ ਨਾਲ ਇਹ ਜ਼ਰੂਰੀ ਨਹੀਂ ਵੀ ਗੱਲ ਉਹੀ ਸਹੀ ਹੋਵੇ ਤੇ ਜੰਗ ਜਿੱਤੀ ਜਾ ਸਕੇ। ਜੰਗ ਜਿੱਤਣ ਲਈ ਜਜ਼ਬਾ ਪਹਿਲਾਂ ਹੋਣਾ ਜ਼ਿਆਦਾ ਜ਼ਰੂਰੀ ਆ। ਜਿਹੜੀ ਮਨੁੱਖੀ ਬੁੱਧੀ ਤੋਂ ਪਰਾਂ ਦੀ ਗੱਲ ਆ ਇਹ। ਕਈ ਵਾਰੀ ਸਾਡੇ ਸਮਝ ਨਹੀਂ ਆਉਂਦੀ ਇਹ ਗੱਲ। ਜੰਗਾਂ ਜਿੱਤੀਆਂ ਹੀ ਜਜ਼ਬੇ ਨਾਲ ਜਾਂਦੀਆਂ, ਪਰ ਅੱਜ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਹ ਪੰਜਾਬ ਦੇ ਹੋਂਦ ਦੀ ਲੜਾਈ ਲੜ ਰਹੇ ਹਾਂ। ਪੰਜਾਬ ਦੀ ਹੋਂਦ, ਇਹ ਲੜਾਈ ਪੰਜਾਬ ਦੀ ਹੋਂਦ ਦੀ ਲੜਾਈ ਕਿਉਂ ਬਣੀ, ਜਾਂ ਇਹਦਾ ਅਹਿਸਾਸ ਸਾਡੇ ਅੰਦਰ ਕਿੱਥੋਂ ਆਇਆ ਵੀ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ ਅਸੀਂ। ਪੰਜਾਬ ਦੇ ਸੱਭਿਆਚਾਰ ਨੂੰ, ਪੰਜਾਬ ਦੇ ਇਤਿਹਾਸ ਨੂੰ, ਪੰਜਾਬ ਦੇ ਪਾਣੀਆਂ ਨੂੰ, ਪੰਜਾਬੀ ਮਾਂ ਬੋਲੀ ਨੂੰ, ਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ, ਜਾਂ ਸਾਡੇ ਗੁਰੂ ਸਾਹਿਬਾਨਾਂ ਦੇ ਫਲਸਫੇ ਨੂੰ ਬਚਾਉਣ ਦੀ ਲੜਾਈ ਲੜੀ ਜਾ ਰਹੀ ਆ। ਇਹ ਕਿਸੇ 3 ਆਰਡੀਨੈਂਸ ਜਾਂ ਹੁਣ ਜਿਹੜੇ ਉਹ ਨਿਊ ਲੈਜਿਸਲੇਸ਼ਨ ਜਾਂ ਲਾਅ ਬਣ ਗਏ, ਇਕੱਲੀ ਲੜਾਈ ਉੱਥੋਂ ਤੱਕ ਸੀਮਤ ਨਹੀਂ ਆ। ਸੋ ਕਿਸਾਨ ਜਥੇਬੰਦੀਆਂ ਤੋਂ ਜੇ ਅਸੀਂ ਇੱਥੇ ਵੱਖ ਬੈਠੇ ਹਾਂ ਤੇ ਇੰਨਾ ਕੁ ਵਖਰੇਵਾਂ ਤਾਂ ਹੈ। ਹਾਲਾਂਕਿ ਸੰਘਰਸ਼ ਉਹੀ ਆ, ਉਸੇ ਸੰਘਰਸ਼ ਦਾ ਹਿੱਸਾ ਉਹਨਾਂ ਦੇ ਨਾਲ ਇਹ ਲੜਾਈ ਲੜੀ ਜਾ ਰਹੀ ਆ, ਪਰ ਇੰਨਾ ਕੁ ਵਖਰੇਵਾਂ ਰੱਖਣਾ ਚਾਹੀਦਾ ਸੀ। ਉਹ ਇਸ ਕਰਕੇ ਚਾਹੀਦਾ ਸੀ, ਕੱਲ੍ਹ ਨੂੰ ਪੰਜਾਬ ਦਾ ਇਤਿਹਾਸ ਸਾਡੇ 'ਤੇ ਸਾਨੂੰ ਇਹ ਸਵਾਲ ਪੁੱਛੂਗਾ ਵੀ ਮੇਰੀ ਖਾਤਰ ਕਿਸੇ ਨੇ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ। ਜਿਹੜੇ ਗੁਰੂ ਸਾਹਿਬਾਨਾਂ ਨੇ ਇਹ ਧਰਤੀ, ਅਸੀਂ ਕਹਿੰਦੇ ਹਾਂ ਪੰਜਾਬ ਵਸਦਾ ਗੁਰੂਆਂ ਦੇ ਨਾਂ 'ਤੇ, ਜਿਹੜੇ ਗੁਰੂ ਸਾਹਿਬਾਨਾਂ ਨੇ ਇਹ ਧਰਤੀ ਵਸਾਈ, ਜਿੱਥੇ ਸਾਡੇ ਗੁਰਦੁਆਰਾ ਸਾਹਿਬ ਆ, ਜਿੱਥੇ ਸਾਡੇ ਤਖਤ ਆ, ਜਿੱਥੇ ਸਾਡਾ ਇਤਿਹਾਸ ਪਿਆ, ਜਿੱਥੇ ਅਸੀਂ ਕਹਿੰਦੇ ਹਾਂ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ, ਸਾਹਿਬਜ਼ਾਦਿਆਂ ਦਾ ਜਿੱਥੇ ਸ਼ਹੀਦੀ ਪਾਈ ਉਹਨਾਂ ਨੇ, ਸ਼ਹੀਦੀ ਦਾ ਜਾਮ ਉਹਨਾਂ ਨੇ ਉੱਥੋਂ ਪੀਤਾ, ਉਹ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਵੀ ਇੱਥੇ ਹੀ ਆ। ਅਤੇ ਸਾਨੂੰ ਜੇ ਸਾਡੀ ਧਰਤੀ ਨਾਲੋਂ ਤੋੜਨਗੇ ਤਾਂ ਸਾਡੇ ਪੱਲੇ ਕੀ ਰਹਿ ਜੂ ਮੁੜ ਕੇ? ਨਾ ਸਾਡਾ ਫਲਸਫਾ ਸਾਡੇ ਪੱਲੇ ਰਿਹਾ, ਨਾ ਸਾਡਾ ਇਤਿਹਾਸ ਪੱਲੇ ਰਿਹਾ। ਸਾਨੂੰ ਤਾਂ ਸਾਡੇ ਗੁਰੂਆਂ ਨਾਲੋਂ ਵਿਸਾਰਨ ਖਾਤਰ ਆ ਗਏ ਆ ਇਹ। ਸੋ ਲੜਾਈ ਇਸ ਕਰਕੇ ਸਾਡੀ ਹੋਂਦ ਦੀ ਆ। ਸਾਡੀ ਹੋਂਦ ਸਾਡੇ ਫਲਸਫੇ 'ਚ ਪਈ ਆ, ਸਾਡੀ ਸਿਆਸਤ 'ਚ ਪਈ ਆ, ਅਤੇ ਸਭ ਕੁਛ ਧਰਤੀ ਨਾਲ ਜੁੜਿਆ ਹੋਇਆ। ਗੁਰੂ ਨਾਨਕ ਸਾਹਿਬ ਨੇ ਧਰਤੀ ਨਾਲ ਜੋੜਤਾ ਸੀ ਸਾਨੂੰ, ਜਦੋਂ ਕਿਰਤ ਕਰਨ ਦਾ ਸਾਨੂੰ ਸੁਨੇਹਾ ਦਿੱਤਾ ਸੀ। ਉਸੇ ਤਰ੍ਹਾਂ ਸਾਡੀ ਸਿਆਸਤ, ਜਦੋਂ ਅਸੀਂ ਕਹਿੰਦੇ ਹਾਂ ਜਿਹਦੇ 'ਚ ਪੰਜਾਬ ਦੀ ਸਿਆਸਤ, ਸਿੱਖ ਸਿਆਸਤ ਵੀ ਉਹਦਾ ਇੱਕ ਹਿੱਸਾ, ਉਹ ਵੀ ਇਸ ਧਰਤੀ ਨਾਲ ਜੁੜੀ ਹੋਈ ਆ। ਜਦੋਂ ਸਾਡੀਆਂ ਜ਼ਮੀਨਾਂ ਸਾਡੇ ਤੋਂ ਖੋਹ ਲੈਣਗੇ, ਸਾਡੇ ਤੋਂ ਸਾਡੀ ਸਿਆਸਤ ਵੀ ਖੋਹ ਲੈਣਗੇ ਨਾਲ। ਹੁਣ ਅੱਜ ਬਰਾੜ ਸਾਹਿਬ, ਸਾਡੇ ਅਜੇਪਾਲ ਸਿੰਘ ਬਰਾੜ ਜੀ, ਉਹ ਵੀ ਸਾਡੇ 'ਚ ਇੱਥੇ ਮੌਜੂਦ ਆ। ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕੀਤੀ ਸੰਗਤਾਂ ਨਾਲ। ਉਹਨਾਂ ਨੇ ਕਿਹਾ ਹੈ ਵਾਰ-ਵਾਰ ਕਾਲੇ ਕਾਨੂੰਨ ਆ ਰਹੇ ਆ, ਅਸੀਂ ਇਹਨਾਂ ਲਈ ਸੰਘਰਸ਼ ਵਿੱਢਦੇ ਹਾਂ, ਲੜਦੇ ਹਾਂ, ਕਿਉਂ ਹੋ ਰਿਹਾ? ਇਹਦੀ ਸਭ ਤੋਂ ਵੱਡੀ ਜਿਹੜੀ ਵਜ੍ਹਾ ਜਾਂ ਜਿੱਥੇ ਜੜ ਪਈ ਆ, ਉਹ ਇਸ ਕਰਕੇ ਹੋ ਰਿਹਾ ਕਿਉਂਕਿ ਸਾਨੂੰ ਸਾਡੇ ਫੈਸਲੇ ਲੈਣ ਦਾ ਅਧਿਕਾਰ ਨਹੀਂ ਆ, ਸਾਡੇ ਕੋਲੇ ਹੱਕ ਹੀ ਨਹੀਂ ਆ। ਸਾਡੇ ਫੈਸਲੇ ਤਾਂ ਦਿੱਲੀ ਤੋਂ ਲਏ ਜਾਂਦੇ ਆ। ਦਿੱਲੀ ਸਾਡੇ ਘਰਾਂ ਦੇ ਫੈਸਲਿਆਂ ਤੋਂ ਲੈ ਕੇ, ਸਾਡੇ ਸਮਾਜਿਕ ਫੈਸਲਿਆਂ ਤੋਂ ਲੈ ਕੇ, ਰਾਜਸੀ ਫੈਸਲਿਆਂ ਤੋਂ ਲੈ ਕੇ, ਆਰਥਿਕ ਫੈਸਲੇ, ਫਲਸਫਿਆਂ ਦੇ ਫੈਸਲੇ ਵੀ ਦਿੱਲੀ ਲੈਂਦੀ ਆ। ਜੇ ਐਡੀ ਵੱਡੀ ਖੁਦਮੁਖਤਿਆਰੀ ਸਾਡੇ ਤੋਂ ਖੋਹ ਲਈ ਜਾਊਗੀ, ਫਿਰ ਜੇ ਅਸੀਂ ਕਹੀਏ ਵੀ ਸਾਡੀ ਹੋਂਦ ਬਚ ਜੂਗੀ ਜਾਂ ਸਾਡਾ ਫਲਸਫੇ ਬਚ ਜਾਣਗੇ, ਸਾਡਾ ਸੱਭਿਆਚਾਰ ਬਚ ਜੂਗਾ, ਤਾਂ ਇਹ ਬਹੁਤ ਵੱਡਾ ਝੂਠ ਆ। ਸਾਡੇ ਪੱਲੇ ਕੁਛ ਨਹੀਂ ਰਹਿਣਾ, ਸਭ ਕੁਛ ਉਹਨਾਂ ਨੇ ਖੋਹ ਕੇ ਲੈ ਜਾਣਾ। ਸੋ ਲੜਾਈ
ਪੰਜਾਬ ਦੀ ਹੋਂਦ ਦੀ ਲੜਾਈ ਆ ਤਾਂ ਸਾਡੀ ਖੁਦਮੁਖਤਿਆਰੀ ਦੀ ਵੀ ਲੜਾਈ ਆ, ਸਾਡੇ ਹੱਕਾਂ ਦੀ ਲੜਾਈ ਆ, ਸਾਡੀ ਰਿਆਇਤਾਂ ਦੀ ਲੜਾਈ ਨਹੀਂ ਆ। ਜੇ ਅਸੀਂ ਰਿਆਇਤਾਂ ਦੀ ਲੜਾਈ ਲੜਦੇ ਰਹਾਂਗੇ ਤਾਂ ਹੱਕਾਂ ਦੀ ਗੱਲ ਕੌਣ ਕਰੂ? ਸਾਡੀ ਖੁਦਮੁਖਤਿਆਰੀ ਦੀ ਗੱਲ ਕੌਣ ਕਰੂ? ਸਾਡੇ ਪਾਣੀ ਅਸੀਂ ਦੇਣੇ ਆ, ਉਹ ਅਸੀਂ ਡਿਸਾਈਡ ਕਰਾਂਗੇ। ਕਿੰਨਾ ਪਾਣੀ ਦੇਣਾ, ਹਰਿਆਣੇ ਨੂੰ ਦੇਣਾ ਕਿ ਰਾਜਸਥਾਨ ਨੂੰ ਦੇਣਾ ਕਿ ਦਿੱਲੀ ਨੂੰ ਦੇਣਾ, ਉਹ ਅਸੀਂ ਡਿਸਾਈਡ ਕਰਾਂਗੇ। ਪੰਜਾਬ 'ਚੋਂ ਪ੍ਰਵਾਸ ਜਿਸ ਵੱਡੇ ਢੰਗ ਨਾਲ ਹੋ ਰਿਹਾ, ਸਾਡੀ ਨੌਜਵਾਨੀ ਨੂੰ, ਆਉਣ ਵਾਲੀ ਪੀੜ੍ਹੀ ਨੂੰ ਸਾਡੀ ਧਰਤੀ ਨਾਲੋਂ ਤੋੜਿਆ ਜਾ ਰਿਹਾ, ਖੋਰਿਆ ਜਾ ਰਿਹਾ। ਨਾਲ ਨਾਲ ਪ੍ਰਵਾਸ ਤੋਂ ਬਾਅਦ ਪਰਿਵਾਰ ਵੀ ਉੱਧਰ ਨੂੰ ਹੋ ਜਾਂਦਾ। ਉੱਥੇ ਪਹਿਲਾਂ ਆਪ ਜਾ ਕੇ ਮੁੰਡਾ ਜਾਂ ਕੁੜੀ ਪੱਕੇ ਹੁੰਦੇ ਆ ਅਤੇ ਫਿਰ ਬਾਅਦ 'ਚ ਆਪਦੇ ਮਾਂ-ਬਾਪ ਨੂੰ ਬੁਲਾ ਲੈਂਦੇ ਆ ਅਤੇ ਸਾਰਾ ਪਰਿਵਾਰ ਹੀ ਉੱਧਰ ਚਲਾ ਜਾਂਦਾ। ਇਹ ਵੀ ਇੱਕ ਬਹੁਤ ਵੱਡਾ ਮਸਲਾ ਜਿਹਦੇ ਖਾਤਰ ਅਸੀਂ ਸਿਰ ਜੋੜ ਕੇ ਬੈਠੇ ਹਾਂ। ਉਹ ਪ੍ਰਵਾਸ ਵੀ ਕਿਸੇ ਉਹਨਾਂ ਨੀਤੀਆਂ 'ਚੋਂ ਹੀ ਨਿਕਲਿਆ ਹੋਇਆ, ਉਹਨਾਂ ਨੀਤੀਆਂ 'ਚੋਂ ਜੋ ਦਿੱਲੀ ਬਣਾਉਂਦੀ ਆ ਅਤੇ ਪੰਜਾਬ ਨੂੰ ਸਹਿਣਾ ਪੈਂਦਾ। ਪੰਜਾਬ ਇਹ ਸਾਰੀ ਲੜਾਈ ਸਾਂਝੇ ਤੌਰ 'ਤੇ ਇੱਕ ਸਮੁੱਚਤਾ 'ਚ ਲੜ ਰਿਹਾ, ਕਿਉਂਕਿ ਜੇ ਅਸੀਂ ਮਸਲਿਆਂ ਨੂੰ ਸਮੁੱਚਤਾ 'ਚ ਨਹੀਂ ਵਿਚਾਰਾਂਗੇ ਤਾਂ ਸਾਨੂੰ ਉਹਨਾਂ ਹਾਲਾਤਾਂ ਦੀ ਸਮਝ ਨਹੀਂ ਆਉਣੀ। ਜਿਹੜੀ ਹਾਲਾਤਾਂ ਦੀ ਦੇਣ ਇਹ ਕਾਲੇ ਕਾਨੂੰਨ ਆ, ਜਿਹੜੇ ਹਾਲਾਤਾਂ ਦੀ ਦੇਣ ਅੱਜ ਜੇ ਬੇਅਦਬੀ ਹੋ ਰਹੀ ਆ ਸਾਡੇ ਇਸ਼ਟ ਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ, ਇਹ ਵੀ ਉਹਨਾਂ ਹਾਲਾਤਾਂ ਦੀ ਦੇਣ ਆ। ਹੁਣ ਸਾਡੇ ਕੋਲੇ ਜੇ ਅਸੀਂ ਇਹਨਾਂ ਗੱਲਾਂ ਲਈ ਨਹੀਂ ਜਾਗੇ ਤਾਂ ਮੇਰੇ ਖਿਆਲ 'ਚ ਇਦੋਂ ਜ਼ਿਆਦਾ ਸਾਡੇ ਤੋਂ ਬੇਅਦਬੀਆਂ ਨਹੀਂ ਸਹਿ ਹੋਣੀਆਂ, ਇਦੋਂ ਬਾਅਦ ਸਾਡੇ ਤੋਂ ਲੜਾਈਆਂ ਵੀ ਨਹੀਂ ਲੜੀਆਂ ਜਾਣੀਆਂ। ਅਸੀਂ ਤਾਂ ਅਖੀਰਲੇ ਪੜਾਅ 'ਚ ਇੱਕ ਲੜਾਈ ਲੜ ਰਹੇ ਹਾਂ। ਜੇ ਹੁਣ ਨਹੀਂ ਜਾਗਾਂਗੇ, ਹੁਣ ਨਹੀਂ ਸਿਰ ਜੋੜ ਕੇ ਬੈਠਾਂਗੇ ਅਤੇ ਹੁਣ ਸਮਰਪਿਤ ਹੋ ਕੇ ਅੰਦਰ ਇੱਕ ਨਿਸ਼ਚਾ ਅਤੇ ਇਖਲਾਕ ਲੈ ਕੇ ਨਹੀਂ ਚੱਲਾਂਗੇ ਅਤੇ ਗਾਂਹ ਫਿਰ ਸਾਡੇ ਤੋਂ ਲੜਾਈ ਵੀ ਨਹੀਂ ਲੜੀ ਜਾਣੀ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਧਿਆਨ 'ਚ ਰੱਖਦੇ ਹੋਏ, ਜਿਵੇਂ ਅੱਜ ਸਿੰਘ ਸਾਹਿਬ ਆਏ ਆ, ਪਹਿਲਾਂ ਵੀ ਬੜੇ ਮਹਾਂਪੁਰਸ਼ ਆਏ ਆ, ਸਾਨੂੰ ਹੱਲਾਸ਼ੇਰੀ ਦੇ ਕੇ ਜਾਂਦੇ ਆ, ਸਾਨੂੰ ਇੱਕ ਸੇਧ ਅਤੇ ਰਾਹ ਦਸੇਰਾ ਵੀ ਸਾਡਾ ਕਰਦੇ ਆ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਨੂੰ ਐਂ ਲੱਗਦਾ ਵੀ ਅਸੀਂ ਇੱਕ ਸਹੀ ਰਾਹ 'ਤੇ ਤੁਰੇ ਹੋਏ ਹਾਂ। ਪਰ ਗੱਲ ਹੁਣ ਜਿੱਥੇ ਆ ਕੇ ਖੜੂਗੀ ਵੀ ਜਿਵੇਂ ਸਾਨੂੰ ਇੱਕ ਕਲੈਕਟਿਵ ਕੌਨਸ਼ੀਅਸਨੈਸ ਵੀ ਪੈਦਾ ਕਰਨੀ ਪੈਣੀ ਆ। ਕਲੈਕਟਿਵ ਕੌਨਸ਼ੀਅਸਨੈਸ ਜਦੋਂ ਪੈਦਾ ਹੋਊਗੀ, ਉਹ ਸਿਰਫ ਸਾਡੇ ਸਿੱਖ ਭਾਈਚਾਰੇ 'ਚ ਨਹੀਂ, ਪੰਜਾਬ ਦੇ ਹਰ ਬਸ਼ਿੰਦੇ 'ਚ, ਕਿਉਂਕਿ ਸਾਡਾ ਹਿੰਦੂ ਵੀ ਅਣਖੀ ਆ, ਸਾਡਾ ਮੁਸਲਮਾਨ ਵੀ ਅਣਖੀ ਆ, ਸਾਡਾ ਹੋਰ ਭਾਈਚਾਰਾ ਉਹ ਵੀ ਅਣਖੀ ਆ। ਉਹ ਕਿਉਂ ਅਣਖੀ ਆ? ਕਿਉਂਕਿ ਉਹਨਾਂ ਦੇ ਅੰਦਰ ਵੀ ਉਹੀ ਚਿਣਗ ਜਿਹੜੀ ਪੰਜਾਬ 'ਚ ਸੋਵਰਨਿਟੀ, ਇਸ ਧਰਤੀ 'ਚ ਗੁਰੂ ਸਾਹਿਬਾਨਾਂ ਨੇ ਸਾਨੂੰ ਇੱਕ ਚਿਣਗ ਦੇਤੀ, ਉਹ ਉਹਨਾਂ ਦੇ ਅੰਦਰ ਵੀ ਆ। ਸਾਨੂੰ ਉਹਨਾਂ ਨੂੰ ਵੀ ਨਾਲ ਜੋੜਨਾ ਪੈਣਾ, ਇੱਕ ਕਲੈਕਟਿਵ ਕੌਨਸ਼ੀਅਸਨੈਸ ਦੀ ਗੱਲ ਕਰਨੀ ਪੈਣੀ ਆ। ਉਦੋਂ ਬਾਅਦ ਹੀ ਕੋਈ ਰਾਹ ਨਿਕਲੂਗਾ, ਉਦੋਂ ਬਾਅਦ ਹੀ ਇਹ ਸੰਘਰਸ਼ ਕਿਸੇ ਨਾ ਕਿਸੇ ਇਹੋ ਜਿਹੇ ਮੋੜ 'ਤੇ ਪਹੁੰਚੂਗਾ ਜਿੱਥੋਂ ਸਾਨੂੰ ਕੁਛ ਨਾ ਕੁਛ ਪ੍ਰਾਪਤੀ ਹੋਊਗੀ ਅਤੇ ਅਸੀਂ ਆਪਦੀ ਹੋਂਦ ਨੂੰ ਬਚਾ ਸਕਾਂਗੇ। ਜਾਂ ਖੁਦਮੁਖਤਿਆਰੀ ਦੀ ਗੱਲ ਹਿੰਦੁਸਤਾਨ ਦੀ ਸਰਕਾਰ ਤਾਈਂ ਜਾਂ ਹਿੰਦੁਸਤਾਨ ਦੇ ਉਹਨਾਂ ਹੁਕਮਰਾਨਾਂ ਤਾਈਂ ਜਿਹੜੀ ਅੱਜ ਫਰਸ਼ੀਵਾਦ ਨੂੰ ਜਾਂ ਫਾਸਿਜ਼ਮ ਨੂੰ ਪ੍ਰਮੋਟ ਕਰ ਰਹੀਆਂ, ਉਹਨਾਂ ਦੇ ਕੰਨਾਂ ਤੱਕ ਪਹੁੰਚੂਗੀ। ਕਿਉਂਕਿ ਜੇ ਅਸੀਂ ਮਾਡਰਨ ਸਿਵਲਾਈਜੇਸ਼ਨ ਦੀ ਵੀ ਗੱਲ ਕਰੀਏ, ਮਾਡਰਨ ਸਿਵਲਾਈਜੇਸ਼ਨ ਦਾ ਜਿਹੜਾ ਦੌਰ ਆ ਉਹ ਯੂਰਪੀਅਨ ਕੰਟਰੀਜ਼ ਤੋਂ ਸ਼ੁਰੂ ਹੋਇਆ, ਯੂਰਪ ਤੋਂ ਸ਼ੁਰੂ ਹੋਇਆ। ਅੱਜ ਉੱਥੇ ਵੀ ਸਵਿਟਜ਼ਰਲੈਂਡ 'ਚ ਛੋਟਾ ਜਿਹਾ ਇੱਕ ਮੁਲਕ ਆ, ਸਵਿਟਜ਼ਰਲੈਂਡ ਇੱਕ ਛੋਟੀ ਜਿਹੀ ਕੰਟਰੀ ਆ, ਉਹਨਾਂ ਦਾ ਮੋਟੋ ਹੀ ਇਹ ਆ, ਸਮੌਲ ਇਜ਼ ਬਿਊਟੀਫੁਲ। 22 ਕੈਂਟੋਜ਼ ਆ ਸਵਿਟਜ਼ਰਲੈਂਡ 'ਚ, ਅਤੇ ਉਹਨਾਂ 'ਚ ਜੇ 100 ਕੁ ਬੰਦਾ ਖੜਾ ਹੋ ਕੇ ਵੀ ਇਹ ਗੱਲ ਕਰਨ ਲੱਗ ਜਾਂਦਾ ਵੀ ਅਸੀਂ ਵੱਖ ਹਾਂ, ਸਾਨੂੰ ਤੁਸੀਂ ਮਾਣ ਸਤਿਕਾਰ ਅਤੇ ਮਾਨਤਾ ਦਿਓ, ਉਹ ਕਹਿੰਦੇ ਆ ਲੈ ਲਓ। ਅਸੀਂ ਵੀ ਤਾਂ ਇਹੀ ਗੱਲ ਕਰੀ ਜਾਂਦੇ ਹਾਂ। ਜੇ ਇਹ ਡੈਮੋਕ੍ਰੈਟਿਕ ਸਟਰਕਚਰ ਆ ਜਿਹੜਾ ਅੱਜ ਹਿੰਦੁਸਤਾਨ ਦਾ, ਇਹ ਆਇਆ ਹੀ ਜੇ ਅਸੀਂ ਦੇਖੀਏ ਤਾਂ ਇਹ ਯੂਰਪੀਅਨ ਸਿਵਲਾਈਜੇਸ਼ਨ 'ਚੋਂ ਆਇਆ। ਯੂਰਪ ਤੋਂ ਇਹਨੇ ਟਰੈਵਲ ਹੋ ਕੇ ਅਮਰੀਕਾ ਵੱਲ ਗਿਆ ਜਾਂ ਹੋਰ ਜਿਹੜੀਆਂ ਕੰਟਰੀਜ਼ 'ਚ ਗਿਆ, ਉਦੋਂ ਵੈਸਟਰਨ ਕੰਟਰੀਜ਼ 'ਚ, ਉੱਥੋਂ ਹੀ ਇੰਡੀਅਨ ਕੌਨਸਟੀਟਿਊਸ਼ਨ ਬਣੀ, ਉੱਥੋਂ ਹੀ ਅਸੀਂ ਇਹ ਡੈਮੋਕ੍ਰੈਟਿਕ ਸਟਰਕਚਰ ਇੱਥੇ ਪੰਜਾਬ 'ਚ ਜਾਂ ਅਸੀਂ ਇੰਡੀਆ 'ਚ ਲੈ ਕੇ ਆਂਦਾ। ਅਤੇ ਉਹ ਡੈਮੋਕਰੇਸੀ ਹੀ ਅੱਜ ਗੱਲ ਕਰ ਰਹੀ ਆ ਵੀ ਖੁਦਮੁਖਤਿਆਰੀ ਹੋਣੀ ਚਾਹੀਦੀ ਆ। ਕੈਨੇਡਾ ਦੀ ਜੇ ਗੱਲ ਕਰੀਏ, ਕੈਨੇਡਾ 'ਚ ਹਰ ਸਟੇਟ ਦੇ ਵੱਖਰੇ ਵੱਖਰੇ ਝੰਡੇ ਆ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਅਮਰੀਕਾ 'ਚ ਹਰ ਸਟੇਟ ਕੋਲੇ, ਹਰ ਸੂਬੇ ਕੋਲੇ ਵੱਖਰੇ ਵੱਖਰੇ ਕਾਨੂੰਨ ਆ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਅਸੀਂ ਜੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਸੀ ਤਾਂ ਉਹੀ ਗੱਲ ਕੀਤੀ ਸੀ।
ਅੱਜ ਤੋਂ 36 ਸਾਲ ਪਹਿਲਾਂ ਉਸੇ ਖੁਦਮੁਖਤਿਆਰੀ ਦੀ ਗੱਲ ਕੀਤੀ ਸੀ, ਜਿੱਥੇ ਅੱਜ ਆ ਕੇ ਮਾਡਰਨ ਸਿਵਲਾਈਜੇਸ਼ਨ ਜਾਂ ਮਾਡਰਨ ਡੈਮੋਕ੍ਰੈਟਿਕ ਸਟਰਕਚਰ ਖੜਾ, ਫਿਰ ਅਸੀਂ ਵੱਖਰੀ ਗੱਲ ਕੀ ਕਰੀ ਜਾਂਦੇ ਆ? ਗੱਲਾਂ ਤਾਂ ਅਸੀਂ ਉਹੀ ਕਰੀ ਜਾਂਦੇ ਆ ਜੋ ਇਹ ਅੱਜ ਜਾ ਕੇ ਸਮਝ ਰਹੇ ਆ। ਜੇ ਹਿੰਦੁਸਤਾਨ ਦੀ ਇਹ ਸਰਕਾਰ ਨਹੀਂ ਸਮਝੂਗੀ ਤਾਂ ਮੈਂ ਸਰਕਾਰ ਨੂੰ ਇਸ ਮੰਚ ਤੋਂ ਇਹ ਕਹਿਣਾ ਚਾਹਣਾ ਵੀ ਤੁਸੀਂ ਆਪਦੀਆਂ ਪੁੱਠੀ ਗਿਣਤੀ ਸ਼ੁਰੂ ਕਰੀ ਬੈਠੇ ਹੋ। ਤੁਸੀਂ ਸਮਝ ਜਾਓ, ਜਦੋਂ ਤੱਕ ਖੁਦਮੁਖਤਿਆਰੀ, ਮਲਟੀਕਲਚਰਲਿਜ਼ਮ ਜਾਂ ਸੈਕੂਲਰ ਹੋਣ ਦੀ ਗੱਲ ਨਹੀਂ ਕਰੋਗੇ, ਕਿਸੇ ਵੀ, ਅਸੀਂ ਇਹ ਨਹੀਂ ਕਹਿੰਦੇ ਪੰਜਾਬ ਨੂੰ ਖੁਦਮੁਖਤਿਆਰੀ ਦਿਓ, ਅਸੀਂ ਕਹਿੰਦੇ ਹਾਂ ਹਰਿਆਣੇ ਨੂੰ ਵੀ ਦਿਓ, ਮਹਾਰਾਸ਼ਟਰ ਨੂੰ ਵੀ ਦਿਓ, ਬਾਕੀ ਰਾਜਾਂ ਨੂੰ ਵੀ ਦਿਓ। ਬਹੁਤ ਪਹਿਲਾਂ ਉਹ ਵੀ ਗੱਲ ਇਹੀ ਕਰੀ ਜਾਂਦੇ ਆ, ਪਰ ਸਾਡੇ ਤੇ ਠੱਪੇ ਜਿਹੜੇ ਲਾਏ ਜਾਂਦੇ ਆ, ਕਿਉਂਕਿ ਅਸੀਂ ਵਿਲੱਖਣਤਾ, ਆਪਦੀ ਡਿਸਟਿੰਕਟ ਆਇਡੈਂਟੀਟੀ ਜਾਂ ਇੱਕ ਪੰਥ ਦੀ ਗੱਲ ਕਰਦੇ ਹਾਂ ਜਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਹਾਂ, ਇੱਥੇ ਆ ਕੇ ਇਹਨਾਂ ਨੂੰ ਹੋਰ ਜ਼ਿਆਦਾ ਸਾਡੇ ਤੋਂ ਪ੍ਰੋਬਲਮ ਹੋ ਜਾਂਦੀ ਆ। ਸੋ ਐਨੀਵੇਜ਼, ਗੱਲਾਂ ਬਹੁਤ ਆ ਕਰਨ ਨੂੰ। ਤੁਸੀਂ ਸਿੰਘ ਸਾਹਿਬ ਸਾਡੇ ਕੋਲੇ ਆਏ, ਸਾਨੂੰ ਆਸ਼ੀਰਵਾਦ ਵੀ ਦਿੱਤਾ, ਹੱਲਾਸ਼ੇਰੀ ਅਤੇ ਹੌਸਲਾ ਵੀ ਦਿੱਤਾ। ਬਹੁਤ ਬਹੁਤ ਪਿਆਰ ਅਤੇ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੰਘ ਸਾਹਿਬ ਦਾ ਬੜਾ ਧੰਨਵਾਦ ਹੈ। ਮੈਂ ਬਾਬਾ ਪ੍ਰੀਤਮ ਸਿੰਘ ਜੀ ਆਏ ਹਾਂ ਰਾਜਪੁਰੇ ਤੋਂ, ਹੋਰ ਮਹਾਂਪੁਰਖ ਬਾਬਾ ਅਮਰੀਕ ਸਿੰਘ ਜੀ, ਹਰਪਾਲਪੁਰ ਸਾਹਿਬ, ਜਿੰਨੇ ਵੀ ਸੰਗਤਾਂ ਆਈਆਂ ਸਾਰਿਆਂ ਦਾ ਫਿਰ ਇੱਕ ਵਾਰੀ ਧੰਨਵਾਦ ਕਰਦਾ ਹੋਇਆ। ਬਾਬਾ ਜੀ ਸਾਡੇ ਜਸਵਾਲ ਸਾਹਿਬ, ਮੈਂ ਬੇਨਤੀ ਕਰਾਂ, ਬਾਬਾ ਜੀ ਨੂੰ ਤਾਂ ਅਸੀਂ ਜੁਝਾਰੂ ਰੂਪ 'ਚ ਬਹੁਤ ਵਾਰੀ ਦੇਖਦੇ ਹਾਂ ਜੀ। ਸੋ ਇੱਕ ਵਾਰੀ ਫੇਰ ਧੰਨਵਾਦ। ਜਿਵੇਂ ਤੁਸੀਂ ਪ੍ਰੋਗਰਾਮ ਸਾਨੂੰ ਦਿਓਗੇ, ਕੋਈ ਗੱਲ ਨਹੀਂ, ਆਪਾਂ ਰਲ ਮਿਲ ਕੇ ਜੀ ਉਵੇਂ ਹੀ ਇਹਨੂੰ ਤੋਰਾਂਗੇ। ਜਿੰਨੀਆਂ ਵੀ ਗੁਰੂ ਕੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘ ਮਹਾਂਪੁਰਖ ਆਏ, ਸਾਰਿਆਂ ਦਾ ਹੀ ਫਿਰ ਧੰਨਵਾਦ। ਆਪਾਂ ਅੱਜ ਸਾਨੂੰ ਅਸਲ 'ਚ ਪ੍ਰੋਗਰਾਮ ਦਾ ਸੱਦਾ ਹੀ ਲੇਟ ਮਿਲਿਆ, ਨਹੀਂ ਕੋਈ ਮਹਾਂਪੁਰਖਾਂ ਦੇ ਖਾਣ ਪੀਣ ਦਾ ਕੋਈ ਇਹੋ ਜਿਹਾ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।